ਪੰਜਾਬ ਦੇ ਵਿੱਚ ਜਿਵੇਂ ਜਿਵੇਂ ਕਰੋਨਾ ਦੇ ਕੇਸ ਘਟਦੇ ਜਾ ਰਹੇ ਨੇ ਉਵੇਂ ਉਵੇਂ ਹੀ ਰਾਜਨੀਤਿਕ ਹਵਾ ਤੇਜ਼ ਹੁੰਦੀ ਜਾ ਰਹੀ ਹੈ। ਲਗਾਤਾਰ ਹੀ ਵਿਰੋਧੀ ਪਾਰਟੀਆਂ ਵੱਲੋਂ ਧਰਨੇ ਪ੍ਰਦਰਸ਼ਨਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ। ਫਿਲਹਾਲ ਇਸ ਸਮੇਂ ਬਲਬੀਰ ਸਿੱਧੂ ਦੀ ਰਿਹਾਇਸ਼ ਦੇ ਬਾਹਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਧਰਨਾ ਲਾਇਆ ਜਾ ਰਿਹਾ ਤੇ ਉੱਥੇ ਹੀ ਅਕਾਲੀ ਦਲ ਦੇ ਸੀਨੀਅਰ ਨੇਤਾ ਪ੍ਰੋਫੈਸਰ ਬਿਰਸਾ ਸਿੰਘ ਬਲਟੋਹਾ ਸਾਡੇ ਨਾਲ ਮੌਜੂਦ ਨੇ। ਬਲਟੋਹਾ ਸਾਹਿਬ, ਕੀ ਗੱਲ ਹੈ, लगातार धरने लग रहे हैं, कोरोना की महामारी चल रही हैगी है? देखो, कोई सानू धरने लाने का कोई शौक नहीं गा, पर पंजाब की धरती ते पंजाब के लोगों दी जिंदगियां बचाने की थां ते एक जिंदगियां दे नाल ही जिहड़ा खेडण दा इत्थे पाप किया गया, गुनाह किया गया। और तुहाडे सामने ही अगे कि पहली गल है कि 1.25 साल हो गया कोरोना महामारी में चलते, लोग जूझते रहे ने और लंबे समय बाद लोगों दी जिंदगियां बचाने वास्ते वैक्सीन आउंदी है। तो जो अजिही वैक्सीन आ गई तो फिर सरकारों का फर्ज बनता होंदा जिहड़ी कि लोगों तक वो मुहैया करवाई जाए, लोगों को उपलब्ध करवाई जाए तो लोगों को लाई जाए। साडी सरकार उहदे विच फेल हुई। और सब तो वड्डी गल कि जे वैक्सीन लियांदी है तो तुसी 400 रुपये नूं खरीद रहे जे, तो जिहड़ा तुहाडा फर्ज बनदा जिहड़ी लियांदी है तुहानूं मिली है वो लोगों को मुहैया करवाई जाए। लोग वेटिंग लाइनां 'च लगे हुए ने, लोग इंतजार कर रहे हैं, वो तुसी चक के प्राइवेट हस्पतालों बेच देंदे जे और 400 नूं लियांदी होई 1100 नूं बेच देंदे जे, मुनाफा कमाउंदे जे। और नाल ही तुसी हस्पतालों नूं, प्राइवेट हस्पतालों नूं छुट्टी दे दिंदे जे कि तुसी अगे जिन्नी मर्जी महंगी बेच दिओ। हुण तुसी देखो कि प्राइवेट हस्पताल कोई गरीब बंदा, कोई मातड़ बंदा, कोई जिहड़ा मध्यम वर्ग के नाल संबंध रखता है वो प्राइवेट हस्पताल दी बरूहां लंघ सकता है। लेकिन बलबीर सिंह सिद्धू कह रहे हैं भी किसी के नाल कोई घपला नहीं होया, ना ही कोई फतेह किट दे विच होया, ना ही वैक्सीनेशन दे विच होया। सिर्फ अकाली दल अपनी खोई हुई जमीन नूं लभण दे विच लग्या होया कि किसी ना किसी ढंग दे नाल ਜ਼ਮੀਨ ਬਚ ਜਾਵੇ। ਅੰਗਰੇਜ਼ ਜੀ ਮੈਨੂੰ ਇਹ ਦੱਸਿਆ ਜੇ ਕਿ ਜੇ ਪੰਜਾਬ ਸਰਕਾਰ ਨੂੰ ਵੈਕਸੀਨ ਮੁਹੱਈਆ ਹੋਈ, ਇਹਨਾਂ ਨੇ ਵੈਕਸੀਨ ਲਿਆਂਦੀ ਤੇ ਇਹਨਾਂ ਨੂੰ ਕਿੰਨੇ ਅਧਿਕਾਰ ਦਿੱਤਾ ਸੀ ਕਿ ਉਹ ਪੰਜਾਬ ਦੇ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਜਿਹੜਾ ਇੱਕ ਉਹਨਾਂ ਸਾਡਾ ਇੱਕ ਸਿਹਤ ਸੇਵਾਵਾਂ ਦਾ ਤੰਤਰ ਹੈ ਉਹਦੇ ਰਾਹੀਂ ਮੁਹੱਈਆ ਕਰਾਉਣ ਦੀ ਥਾਂ ਤੇ ਤੁਸੀਂ ਪ੍ਰਾਈਵੇਟ ਹਸਪਤਾਲਾਂ ਨੂੰ ਦੇ ਦਿਓ। ਤੇ ਫਿਰ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਸ ਘਪਲੇ ਨੂੰ ਨੰਗਿਆ ਕੀਤਾ ਆ ਵੀ ਇਹਦੇ ਵਿੱਚ ਮੁਨਾਫਾ ਖੋਰੀ ਕੀਤੀ ਗਈ ਹੈ, ਇਹਦੇ ਵਿੱਚ ਠੱਗੀ ਮਾਰੀ ਗਈ, ਇਹਦੇ ਵਿੱਚ ਘਪਲਾ ਕੀਤਾ ਗਿਆ ਹੈ, ਉਸ ਤੋਂ ਬਾਅਦ ਪੰਜਾਬ ਸਰਕਾਰ ਜਿਹੜੀ ਆ ਬਲਬੀਰ ਸਿੰਘ ਸਿੱਧੂ ਜਿਹੜੇ ਹੁਣ ਗੱਲਾਂ ਕਰਦੇ ਨੇ ਇਹਨਾਂ ਨੇ ਸਵੀਕਾਰ ਕੀਤਾ ਕਿ ਗਲਤੀ ਹੋਈ ਹੈ। ਇਹ ਤਾਂ ਗਲਤੀ ਨਾਲ ਜਿਹੜਾ ਇਹ ਆਰਡਰ ਪਾਸ ਹੋਇਆ, ਅਸੀਂ ਆਰਡਰ ਵੀ ਵਾਪਸ ਲੈ ਲਿਆ ਹੈ, ਅਸੀਂ ਜਿਹੜੀ ਵੈਕਸੀਨ ਦਿੱਤੀ ਸੀ ਉਹ ਵੀ ਵਾਪਸ ਮੰਗਾ ਲਾਂਗੇ। ਤੇ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਇਸ ਗੁਨਾਹ ਨੂੰ, ਇਸ ਪਾਪ ਨੂੰ, ਇਸ ਘਪਲੇ ਨੂੰ ਨੰਗਿਆ ਨਾ ਕਰਦੇ ਤੇ ਗੁਨਾਹ ਤਾਂ ਹੈ ਹੀ ਸੀ ਨਾ। ਤੇ ਗੁਨਾਹ ਉਹ ਗਰੀਬਾਂ ਦੀ ਆਵਾਜ਼ ਚੱਕ ਰਹੇ ਹੋ ਤੁਸੀਂ। ਬਿਲਕੁਲ ਗਰੀਬਾਂ ਦੀ, ਪੰਜਾਬ ਦੇ ਲੋਕਾਂ ਦੀ, ਜਿਨ੍ਹਾਂ ਦੇ ਨਾਲ ਇਸ ਸਰਕਾਰ ਵੱਲੋਂ ਉਹ ਜਿਹਦਾ ਫਰਜ਼ ਬਣਦਾ ਸੀ ਉਹਨਾਂ ਦੀ ਜ਼ਿੰਦਗੀਆਂ ਬਚਾਉਣ ਦਾ ਤੇ ਉਹਨਾਂ ਦੀ ਜ਼ਿੰਦਗੀਆਂ ਦੇ ਨਾਲ ਹੀ ਖੇਡਣ ਲੱਗ ਪਈ, ਉਹਦੀ ਆਵਾਜ਼ ਉਠਾ ਰਹੇ। ਲੇਕਿਨ ਪੰਜਾਬ ਸਰਕਾਰ ਦੇ ਕਈ ਵਜ਼ੀਰ ਕਹਿ ਰਹੇ ਨੇ ਕਿ ਕਿਸੇ ਤਰ੍ਹਾਂ ਦਾ ਪਿਛਲੇ 4.5 ਸਾਲ ਦੇ ਵਿੱਚ ਕੋਈ ਘਪਲਾ ਨਹੀਂ ਹੋਇਆ ਹੈਗਾ, ਸਿਰਫ ਬਦਨਾਮ ਕੀਤਾ ਜਾ ਰਿਹਾ ਹੈ। ਅੰਗਰੇਜ਼ੀ ਮੈਨੂੰ ਇੱਕ ਦੱਸਿਆ ਜੇ, ਅੱਜ ਬੜਾ ਲੰਬਾ ਸਮਾਂ ਨਹੀਂ ਹੋਇਆ ਕਿ ਐਸਸੀ ਸਕਾਲਰਸ਼ਿਪ ਨੂੰ ਲੈ ਕੇ ਜਿਹਦੇ ਵਜ਼ੀਰ ਨੇ ਸਾਧੂ ਸਿੰਘ ਧਰਮਸੋਤ, ਉਹਨਾਂ ਦੇ ਮਹਿਕਮੇ ਦੀ ਐਡੀਸ਼ਨਲ ਚੀਫ ਸੈਕਟਰੀ ਇੱਕ ਰਿਪੋਰਟ ਪੇਸ਼ ਕਰਦੇ ਹੈ ਕਿ ਮੰਤਰੀ ਸਾਹਿਬ ਨੇ ਗਰੀਬ ਬੱਚਿਆਂ ਦੇ, ਗਰੀਬ ਵਿਦਿਆਰਥੀਆਂ ਦੇ ਵਜ਼ੀਫੇ ਦੇ ਵਿੱਚ ਬੜਾ ਵੱਡੇ ਪੱਧਰ ਤੇ ਜਿਹੜਾ ਘਪਲਾ ਕੀਤਾ ਹੈ। ਹੁਣ ਤੁਸੀਂ ਦੱਸੋ, ਐਡੀਸ਼ਨਲ ਚੀਫ ਸੈਕਟਰੀ ਐਡਾ ਸੀਨੀਅਰ ਆਫੀਸਰ ਰਿਪੋਰਟ ਪੇਸ਼ ਕਰ ਰਿਹਾ ਤੇ ਪੰਜਾਬ ਸਰਕਾਰ ਨੂੰ ਸਵੀਕਾਰ ਕਰਨੀ ਚਾਹੀਦੀ ਹੈ ਨਾ। ਤੇ ਕੈਪਟਨ ਅਮਰਿੰਦਰ ਸਿੰਘ ਨਵੀਂ ਜਾਂਚ ਬਿਠਾ ਕੇ ਆਪਦੇ ਮੰਤਰੀ ਨੂੰ ਕਿ ਮੇਰਾ ਜਿਹੜਾ ਸਾਧੂ ਸਿੰਘ ਹੈ, ਜਿਹਨੂੰ ਚੋਰ ਕਿਹਾ ਜਾ ਰਿਹਾ, ਡਾਕੂ ਕਿਹਾ ਜਾ ਰਿਹਾ, ਇਹ ਚੋਰ ਤੇ ਡਾਕੂ ਨੂੰ ਹੀ ਇਹ ਵਾਕਈ ਸਾਧੂ ਹੈ, ਸਾਧੂ ਬਣਾਤਾ ਨਾ, ਕਲੀਨ ਚਿੱਟ ਦੇਤੀ ਨਾ। ਜਿੰਨਾ ਕੁਛ ਵੀ ਪੰਜਾਬ ਦੇ ਵਿੱਚ ਵਾਪਰਿਆ, ਜਿੰਨੇ ਵੀ ਮਸਲੇ ਆਏ ਨੇ, ਤੁਸੀਂ ਦੇਖੋ ਸ਼ਰਾਬ ਦੀਆਂ ਫੈਕਟਰੀਆਂ ਜਿਹੜੀਆਂ ਨੇ, ਕਦੀ ਇਹ ਤਾਂ ਸੁਣਿਆ ਸੀ ਪਿੰਡਾਂ ਦੇ ਵਿੱਚ ਕਿ ਫਲਾਣੇ ਨੇ ਭੱਠੀ ਲਾ ਲਈ, 2 ਡਰਮ ਫੜੇ ਗਏ, 3 ਡਰਮ ਫੜੇ ਗਏ, ਇੰਨੀ ਲਾਹਣ ਫੜੀ ਗਈ, ਉੱਥੋਂ 50 ਬੋਤਲਾਂ 100 ਬੋਤਲਾਂ ਸ਼ਰਾਬ ਦੀਆਂ ਫੜੀਆਂ ਗਈਆਂ। ਕਦੀ ਸੁਣਿਆ ਸੀਗਾ ਕਿ ਨਜਾਇਜ਼ ਸ਼ਰਾਬ ਦੀਆਂ ਡਿਸਟਿਲਰੀਆਂ ਚੱਲਦੀਆਂ ਹੁਣ ਤੇ ਕਿਸੇ ਨੂੰ ਫੜਿਆ?
125 ਤੋਂ ਵੱਧ ਜ਼ਹਿਰੀਲੀ ਸ਼ਰਾਬ ਦੇ ਨਾਲ ਉਹ ਕਿਹੜੀ ਬਣੀ ਹੈ? ਇਹਨਾਂ ਫੈਕਟਰੀਆਂ 'ਚ ਬਣੀ ਸੀ, ਇਹਨਾਂ ਡਿਸਟਿਲਰੀਆਂ 'ਚ ਬਣੀ ਸੀਗੀ। ਉਹਦੇ ਨਾਲ ਪੰਜਾਬ ਦੀ ਧਰਤੀ ਦੇ ਉੱਤੇ 125 ਬੰਦੇ ਜਿਹੜੇ ਨੇ ਗਰੀਬ, ਉਹ ਇਸ ਦੁਨੀਆ ਤੋਂ ਕੂਚ ਕਰ ਜਾਂਦੇ ਨੇ। ਔਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਨਲਾਇਕੀ ਕਰਕੇ ਕਰ ਜਾਂਦੇ ਨੇ। ਕਿਸੇ ਨੂੰ ਫੜਿਆ, ਕਿਸੇ ਨੂੰ ਸਜ਼ਾ ਦਿੱਤੀ? ਇਸ ਤਰ੍ਹਾਂ ਜਿੰਨੇ ਵੀ ਇਸ ਧਰਤੀ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਗੁਨਾਹ ਹੋਏ ਨੇ, ਤੇ ਕਿਸੇ ਨੂੰ ਕੋਈ ਸਜ਼ਾ ਨਹੀਂ, ਕਿਸੇ ਨੂੰ ਕੋਈ ਦੋਸ਼ੀ ਨਹੀਂ ਠਹਿਰਾਇਆ ਗਿਆ, ਹਰੇਕ ਨੂੰ ਕਲੀਨ ਚਿੱਟ ਦਿੱਤੀ ਗਈ ਹੈ। ਆ ਨਵਜੋਤ ਸਿੰਘ ਸਿੱਧੂ ਵਰਗੇ ਜਿਹੜੇ ਵੱਡੇ ਵੱਡੇ ਦਾਅਵੇ ਕਰਦੇ ਹੈ, ਤੇ ਤੁਹਾਡੇ ਸਾਹਮਣੇ ਹੀ ਹੈ। ਕੋਈ ਮੇਰਾ ਖਿਆਲ ਹੈ ਕਿ ਕੇਵਲ ਤੇ ਕੇਵਲ ਸਿਆਸਤ ਕਰਨ ਦੀ ਖਾਤਰ ਬੜਕ ਤੇ ਮਾਰ ਸਕਦੇ ਹੈ, ਪਰ ਜਿਹੜੇ ਗੁਨਾਹ ਹੋ ਰਹੇ ਨੇ, ਜਿਹੜਾ ਪਾਪ ਹੋ ਰਿਹਾ ਹੈ, ਉਹਦੇ ਵਾਸਤੇ ਨਾ ਤਾਂ ਨਵਜੋਤ ਸਿੰਘ ਸਿੱਧੂ ਬੋਲਿਆ ਤੇ ਨਾ ਕਦੀ ਕੋਈ ਹੋਰ ਬੋਲਿਆ। ਤੇ ਮੇਰਾ ਖਿਆਲ ਹੁਣ ਤਾਂ ਨਵਜੋਤ ਸਿੰਘ ਸਿੱਧੂ ਦਾ ਵੀ ਕਿਰਦਾਰ, ਵਿਹਾਰ ਤੇ ਜਿਹੜੀ ਉਹਦੀ ਸੋਚ ਹੈ ਤੇ ਜਿਹੜਾ ਉਹਦਾ ਦੋਗਲਾਪਨ ਹੈ, ਉਹ ਪੰਜਾਬ ਦੇ ਲੋਕਾਂ ਦੇ ਵਿੱਚ ਨੰਗਾ ਹੋ ਚੁੱਕਾ ਹੈ। ਇਹ ਸਾਰੇ ਇੱਕੋ ਜਿਹੇ ਹੈ। ਇੱਕੋ ਜਿਹੇ ਤਾਂ ਤੁਹਾਨੂੰ ਵੀ ਕਹਿ ਰਹੇ ਨੇ। ਬੇਸ਼ੱਕ ਦਿੱਲੀ ਦੇ ਵਿੱਚ ਜਿਹੜਾ ਕਾਂਗਰਸ ਦਾ 3 ਮੈਂਬਰੀ ਕਮੇਟੀ ਦੇ ਆਮਣਾ ਸਾਹਮਣਾ ਹੋਇਆ 100 ਦੇ ਲਗਭਗ ਲੋਕਾਂ ਦਾ, ਉਹਨੂੰ ਲੈ ਕੇ ਤੁਸੀਂ ਕੀ ਸਮਝਦੇ ਹੋ ਵੀ ਕਿਸ ਤਰ੍ਹਾਂ ਦਾ ਇਸ ਸਮੇਂ ਪ੍ਰਦੇਸ਼ ਦੇ ਵਿੱਚ ਮਾਹੌਲ ਹੈਗਾ? ਤੇ ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਵੀ ਆਪਣੀ ਗੱਦੀ ਬਤਾਉਣ ਦੇ ਵਿੱਚ ਕਾਮਯਾਬ ਰਹੇ ਨੇ। ਦੇਖੋ, ਇਹ ਉਹਨਾਂ ਦਾ ਨਿੱਜੀ ਮਾਮਲਾ ਹੈ, ਪਰ ਦੁੱਖ ਇਸ ਗੱਲ ਦਾ ਕਿ ਕਰੋਨਾ ਮਹਾਮਾਰੀ ਚੱਲ ਰਹੀ ਹੋਵੇ ਤੇ ਕੈਪਟਨ ਅਮਰਿੰਦਰ ਸਿੰਘ ਦੀ ਸਮੁੱਚੀ ਸਰਕਾਰ ਗੱਦੀ ਬਚਾਉਣ 'ਚ, ਇੱਕ ਦੂਜੇ ਨੂੰ ਨੀਵਾਂ ਦਿਖਾਉਣ 'ਚ, ਇੱਕ ਦੂਜੇ ਨੂੰ ਥੱਲੇ ਲਾਉਣ 'ਚ, ਔਰ ਧਮਕੀ ਜਿਹੜੀਆਂ ਅਜਿਹੀਆਂ ਖੇਡਾਂ ਖੇਡੀਆਂ ਜਾ ਰਹੀਆਂ ਨੇ ਜਿਹਦੇ ਨਾਲ ਪੰਜਾਬ ਦੇ ਲੋਕਾਂ ਦਾ ਕੋਈ ਸਰੋਕਾਰ ਹੀ ਨਹੀਂ, ਔਰ ਪੰਜਾਬ ਦੇ ਲੋਕਾਂ ਪ੍ਰਤੀ ਜ਼ਿੰਮੇਵਾਰੀ ਨਿਭਾਉਣ ਦੀ ਥਾਂ ਤੇ ਜਿਹੜੀਆਂ ਅੰਦਰੂਨੀ ਕਲੇਸ਼ ਦੀਆਂ ਖੇਡਾਂ ਜਿਹੜੀਆਂ ਖੇਡੀਆਂ ਜਾ ਰਹੀਆਂ ਨੇ, ਸਾਨੂੰ ਤੇ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦਾ ਇਤਰਾਜ਼ ਹੈ। ਕੈਪਟਨ ਅਮਰਿੰਦਰ ਸਿੰਘ ਠੀਕ ਹੈ ਕਿ ਰਹਿ ਗਏ 4-5-6 ਮਹੀਨੇ ਰਹਿ ਗਏ ਹੈ, ਉਹਦੇ ਵਾਸਤੇ ਉਹ ਕਾਇਮ ਰਹਿ ਸਕਦੇ ਆ, ਉਹਨਾਂ ਨੂੰ ਕਾਇਮ ਰੱਖਿਆ ਜਾ ਸਕਦਾ ਹੈ। ਤੇ 2022 ਦੇ ਵਿੱਚ ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਜਾਂ ਕਾਂਗਰਸ ਦਾ ਜੋ ਬਣਨਾ ਆ, ਉਹਨਾਂ ਨੂੰ ਕੰਧ 'ਤੇ ਲਿਖਿਆ ਨਜ਼ਰ ਆਉਂਦਾ ਹੈ। ਤੁਸੀਂ ਕਾਂਗਰਸ ਦੇ ਵਜ਼ੀਰਾਂ ਦੀ ਭਾਸ਼ਾ ਸੁਣ ਲਓ ਕਿ ਅਸੀਂ ਲੋਕਾਂ 'ਚ ਜਾਣ ਜੋਗੇ ਨਹੀਂ ਰਹਿ ਗਏ। ਜਾਣ ਜੋਗੇ ਕਿਉਂ ਨਹੀਂ ਰਹਿ ਗਏ? 2017 'ਚ ਅੰਗਰੇਜ਼ ਜੀ ਮੈਂ ਇਹ ਦੇਖਿਆ ਕਿ ਕਾਂਗਰਸੀ ਵਰਕਰਾਂ ਨੇ ਜਿੰਨੀ ਮਿਹਨਤ ਕੀਤੀ, ਸਾਰੀ ਸ਼ਕਤੀ ਲਾਤੀ ਉਹਨਾਂ ਨੇ, ਵੇਂਦੇ ਰਹਿ ਕੇ ਵਿਚਾਰੇ ਸਾਡੀ ਸਰਕਾਰ ਬਣੀ ਹੈ, ਸਾਡੀ ਕੋਈ ਪੁੱਛਗਿੱਛ ਹੋਊ, ਸਾਨੂੰ ਮਾਣ ਸਨਮਾਨ ਮਿਲੂਗਾ, ਤਾਂ ਕਿਸੇ ਨੇ ਪੁੱਛਿਆ ਹੀ ਨਹੀਂ। ਹੁਣ ਜਦੋਂ ਸਰਕਾਰ ਬਿਲਕੁਲ ਖਾਤਮੇ ਤੇ ਆ ਗਈ ਹੈ, ਉਹੀ ਵਰਕਰ ਜਿਹੜੇ ਨੇ ਅੱਜ ਕਾਂਗਰਸੀ ਆਗੂਆਂ ਨੂੰ, ਕਾਂਗਰਸੀ ਮੰਤਰੀਆਂ ਨੂੰ, ਕਾਂਗਰਸੀ ਐਮਐਲਏ ਨੂੰ ਸਵਾਲ ਕਰਨ ਲੱਗ ਪਏ ਹੈ ਕਿ ਅਸੀਂ ਨਹੀਂ ਤੁਹਾਡੇ ਨਾਲ, ਮਤਲਬ ਸਾਨੂੰ ਤਾਂ ਸ਼ਰਮ ਆਉਂਦੀ ਹੈ ਆਪਣੇ ਆਪ ਨੂੰ ਕਾਂਗਰਸੀ ਕਹਿੰਦੇ ਆ। ਤੇ ਇਸ ਕਰਕੇ ਉਹ ਜਿਹੜਾ ਹਾਲਾਤ ਬਣੇ ਹੋਏ ਨੇ, ਮਾਹੌਲ ਬਣੇ ਹੋਇਆ, ਤੇ ਉਹਦੇ ਤੋਂ ਡਰਦੇ ਹੋਏ ਅੱਜ ਜਿਹੜੇ ਇੱਕ ਦੂਜੇ ਦੇ ਉੱਤੇ ਆਪਣੇ ਪਰਿਵਾਰਾਂ ਨੂੰ ਹੀ ਪੁੱਛਿਆ ਗਿਆ, ਨਾ ਕਿ ਵਰਕਰਾਂ ਨੂੰ ਪੁੱਛਿਆ ਗਿਆ। ਕਿਸੇ ਨੂੰ ਵੀ ਨਹੀਂ। ਪੰਜਾਬ ਦੇ ਲੋਕ, ਆਮ ਆਵਾਮ ਤੇ ਨਿਰਾਸ਼ ਹੈਗਾ ਹੀ ਹੈਗਾ ਸਰਕਾਰ ਦੀ ਕਾਰਗੁਜ਼ਾਰੀ ਤੋਂ, ਸਰਕਾਰ ਦੀ ਨਲਾਇਕੀ ਤੋਂ ਦੁਖੀ ਹੈ। ਇੱਥੋਂ ਤੱਕ ਕਿ ਜਿਹੜਾ ਕਾਂਗਰਸੀ ਵਰਕਰ ਹੈ ਜਿਹਨੇ ਇਹ ਸਰਕਾਰ ਬਣਾਈ ਹੈ 2017 ਦੇ ਵਿੱਚ, ਜਿਹਨੇ ਮਿਹਨਤ ਕੀਤੀ ਸੀਗੀ, ਅੱਜ ਉਹ ਬੁਰੀ ਤਰ੍ਹਾਂ ਨਿਰਾਸ਼ ਹੈ, ਮਾਯੂਸ ਹੈ, ਦੁਖੀ ਹੈ। ਤੇ ਦੁਖੀ ਹੈ ਕਿ ਧਾਹਾਂ ਮਾਰ ਕੇ ਕਾਂਗਰਸੀ ਆਗੂ ਨੂੰ ਉਹ ਲਾਂਭੇ ਦੇ ਰਿਹਾ ਕਿ ਸਾਡੇ ਵਾਸਤੇ ਗੱਲ ਨਹੀਂ ਜੀ। ਤੁਸੀਂ ਅਕਾਲੀ ਦਲ ਦਾ ਕੀ ਭਵਿੱਖ ਦੇਖਦੇ ਹੈਗੇ 2022 ਦਾ? ਕਿਉਂਕਿ ਹੁਣ ਕਾਊਂਟਡਾਊਨ ਵੀ ਮੰਨ ਲਿਆ ਜਾਵੇ ਵੀ ਸ਼ੁਰੂ ਹੋ ਚੁੱਕਿਆ ਹੈਗਾ। ਅੰਗਰੇਜ਼ ਜੀ, ਸਭ ਤੋਂ ਵੱਡੀ ਗੱਲ ਹੈ ਕਿ 2017 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਝੂਠੇ ਵਾਅਦੇ ਜਿਹੜੇ, ਚਾਹੇ ਕਿਸਾਨੀ ਕਰਜ਼ੇ ਦੀ ਮਾਫੀ ਦੀ ਗੱਲ ਕਰ ਲਈਏ, ਚਾਹੇ ਹਰੇਕ ਘਰ ਦੇ ਵਿੱਚ ਇੱਕ ਬੱਚੇ ਨੂੰ ਸਰਕਾਰੀ ਨੌਕਰੀ ਦੀ ਗੱਲ ਕਰ ਲਈਏ, ਹਰੇਕ ਬੱਚੀ ਨੂੰ ਸਮਾਰਟਫੋਨ ਦੀ ਗੱਲ ਕਰ ਲਈਏ, ਦੁਨੀਆ ਭਰ ਦੇ ਵਾਅਦੇ ਜਿਹੜੇ ਕੀਤੇ ਤੇ ਗੁੜਕਾ ਸਾਹਿਬ ਮੱਥੇ ਨੂੰ ਲਾ ਕੇ ਕੀਤੇ, ਲੋਕਾਂ ਨੇ ਵਿਸ਼ਵਾਸ ਕੀਤਾ। ਔਰ ਕੁਝ ਜਿਹੜੀਆਂ ਮੰਦਭਾਗੀਆਂ ਘਟਨਾਵਾਂ ਬੇਅਦਬੀ ਦੀਆਂ ਵਾਪਰੀਆਂ ਸੀਗੀਆਂ, ਉਹਦੇ ਕਰਕੇ ਅਜਿਹਾ ਮਾਹੌਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਵਿਰੁੱਧ ਬਣਾ ਦਿੱਤਾ ਗਿਆ, ਤੇ ਉਹਦਾ ਜਿਹੜਾ ਖਮਿਆਜ਼ਾ ਆ ਸ਼੍ਰੋਮਣੀ ਅਕਾਲੀ ਦਲ ਨੂੰ ਭੁਗਤਣਾ ਪਿਆ। ਪਰ ਹੁਣ ਕਿਉਂਕਿ ਲੋਕ ਸੱਚਾਈ ਨੂੰ ਸਮਝ ਗਏ ਕਿ ਸੱਚ ਕੀ ਹੈ, ਕਿ ਸ਼੍ਰੋਮਣੀ ਅਕਾਲੀ ਦਲ ਨੂੰ ਬਿਨਾਂ ਕਿਸੇ ਕਾਰਨ ਤੋਂ ਜਿਹੜਾ ਉਹਨਾਂ ਦੇ ਵਿਰੁੱਧ ਪ੍ਰਚਾਰ ਕੀਤਾ ਗਿਆ ਸੀ, ਆਮ ਜਨਤਾ ਇਸ ਗੱਲ ਨੂੰ ਸਮਝਣ ਲੱਗ ਪਈ ਹੈ। ਦੂਸਰੇ ਬੰਨੇ ਜੋ ਸ਼੍ਰੋਮਣੀ ਅਕਾਲੀ ਦਲ ਨੇ 10 ਸਾਲਾਂ 'ਚ ਸਰਕਾਰ ਦਿੱਤੀ ਸੀ, ਕੰਮ ਕੀਤੇ ਸੀ, ਡਿਵੈਲਪਮੈਂਟ ਕੀਤੀ ਸੀ, ਸਕੀਮਾਂ ਦਿੱਤੀਆਂ ਸੀਗੀਆਂ, ਔਰ ਜੋ ਪੰਜਾਬ ਵਾਸਤੇ 1997 ਤੋਂ ਲੈ ਕੇ ਸਰ ਪ੍ਰਕਾਸ਼ ਸਿੰਘ ਬਾਦਲ ਨੇ, ਜਦੋਂ ਸਮੇਂ-ਸਮੇਂ ਤੇ ਸਰ ਪ੍ਰਕਾਸ਼ ਸਿੰਘ ਬਾਦਲ ਦੀਆਂ ਸਰਕਾਰਾਂ ਰਹੀਆਂ ਨੇ, ਉਹ ਜਦੋਂ ਲੋਕ ਕੰਪੈਰੀਜ਼ਨ ਕਰਦੇ ਨੇ ਤੇ ਫਿਰ ਦੂਸਰਾ ਪਲੜਾ ਤੇ ਲੱਭਦਾ ਹੀ ਨਹੀਂਗਾ।
ਦੂਸਰੇ ਪਾਸੇ ਕੁਝ ਦਿਖਦਾ ਹੀ ਨਹੀਂਗਾ। ਤੇ ਇਸ ਕਰਕੇ ਲੋਕ ਹੁਣ ਮਹਿਸੂਸ ਕਰਨ ਲੱਗ ਪਏ ਕਿ ਜੇ ਆਪਣੀ ਭਾਈਵਾਲ ਭਾਜਪਾ ਨੂੰ ਛੱਡ ਦਿੱਤਾ ਤੇ ਅੱਜ ਕੱਲ ਨਵੀਆਂ ਪੀਂਘਾਂ ਪੈ ਰਹੀਆਂ ਨੇ ਬਸਪਾ ਦੇ ਨਾਲ, ਕਾਮਰੇਡਾਂ ਦੇ ਨਾਲ। ਦੇਖੋ ਅੰਗਰੇਜ਼ ਜੀ, ਕੋਈ ਵੀ ਹੋਵੇ ਜਿਹੜਾ ਪੰਜਾਬ ਦਾ ਵਿਰੋਧੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੀ ਉਹਦੇ ਨਾਲ ਸਾਂਝ ਨਹੀਂ ਰਹਿ ਸਕਦੀ। ਔਰ ਅਸੀਂ ਸਾਬਤ ਕੀਤਾ ਹੈ, ਆਪਦੇ ਫਰਜ਼ ਦੀ ਅਦਾਇਗੀ ਕੀਤੀ ਹੈ ਕਿ ਜੇ ਅੱਜ ਭਾਰਤੀ ਜਨਤਾ ਪਾਰਟੀ, ਮੋਦੀ ਸਰਕਾਰ ਨੇ ਪੰਜਾਬ ਦੀ ਕਿਸਾਨੀ ਦੇ ਉੱਤੇ ਹਮਲਾ ਕੀਤਾ ਤੇ ਉਹਦਾ ਮੂੰਹ ਠੋਕਵਾਂ ਜਵਾਬ ਦਿੱਤਾ, ਉਹਦਾ ਵਿਰੋਧ ਕੀਤਾ ਔਰ ਉਹਨਾਂ ਨੂੰ ਕਹਿ ਕੇ, ਠੋਕ ਕੇ, ਜਵਾਬ ਦੇ ਕੇ, ਵਿਰੋਧ ਕਰਕੇ ਗੱਠਜੋੜ ਤੋੜ ਕੇ ਅਸੀਂ ਜਿਹੜੇ ਬਾਹਰ ਬੈਠੇ हैं। ਇਸ ਕਰਕੇ ਬਾਹਰ ਖਲੋਤੇ हैं ਕਿਉਂਕਿ ਉਹਨਾਂ ਨੇ ਰੋਲ ਹੀ ਅਜਿਹਾ ਅਦਾ ਕੀਤਾ ਜਿਹੜੀ ਕਿ ਸਿਧਾਂਤਕ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਅਜਿਹੀ ਸੋਚ ਨੂੰ ਕਦੇ ਵੀ ਮਾਨਤਾ ਨਹੀਂ ਦੇ ਸਕਦਾ। ਨਵੀਂ ਪਾਰਟੀ ਦੇ ਨਾਲ ਕਿਵੇਂ ਸਿਧਾਂਤ ਮਿਲ ਜਾਣਗੇ? ਦੇਖੋ ਰਾਜਨੀਤੀ ਦੇ ਵਿੱਚ ਗੱਠਜੋੜ ਬਣਦੇ ਹੁੰਦੇ ਨੇ, ਲੰਬੇ ਸਮੇਂ ਤੋਂ ਬਣਦੇ ਆਏ ਨੇ। ਕਿਹਦੇ ਨਾਲ ਬਣਾਉਣਾ ਆ, ਕਿਹਦੇ ਨਾਲ ਸਾਂਝ ਪਾਉਣੀ ਆ, ਇਹ ਪਾਰਟੀ ਪ੍ਰਧਾਨ ਦਾ। ਕੱਲ ਜਸਵੀਰ ਸਿੰਘ ਗੜੀ ਨੇ ਵੀ ਕਿਹਾ ਹੈਗਾ ਕਿ ਮੀਟਿੰਗਾਂ ਦਾ ਦੌਰ ਚੱਲ ਚੁੱਕਿਆ ਤੇ ਕਈ ਸੀਟਾਂ ਫਾਈਨਲ ਕਰ ਲਈਆਂ ਗਈਆਂ। ਇਹਦੇ ਬਾਰੇ ਦੇਖੋ ਪ੍ਰਤੀਕਿਰਿਆ ਜਿਹੜੀ ਹੈ, ਇਹਦੇ ਬਾਰੇ ਜਿਹੜਾ ਰਿਐਕਸ਼ਨ ਆ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਅਧਿਕਾਰ ਹੈ ਜਾਂ ਪਾਰਟੀ ਹਾਈ ਕਮਾਂਡ ਵੀ ਜਿਹੜਾ ਬਸਪਾ ਦੇ ਨਾਲ ਗੱਠਜੋੜ ਹੋਊਗਾ ਉਹਨੂੰ ਫਾਇਦਾ ਹੋਊਗਾ ਗੱਠਜੋੜ। ਇਹ ਦੇਖੋ ਬਸਪਾ ਦਾ ਇੱਕ ਬਹੁਤ ਵੱਡਾ ਆਧਾਰ ਹੈ, ਖਾਸ ਕਰਕੇ ਦੁਆਬੇ ਦੇ ਵਿੱਚ। ਇਸ ਗੱਲ ਨੂੰ ਨਕਾਰਿਆ ਨਹੀਂ ਜਾ ਸਕਦਾ, ਪਰ ਕਿਹਦੇ ਨਾਲ ਗੱਠਜੋੜ ਹੋਣਾ ਆ, ਕਿਹਦੇ ਨਾਲ ਕਰਨਾ ਆ, ਕਿਸ ਪੱਧਰ ਤੇ ਗੱਲ ਚੱਲ ਰਹੀ ਹੈ, ਨਹੀਂ ਚੱਲ ਰਹੀ ਹੈ, ਇਹਦੇ ਬਾਰੇ ਪਾਰਟੀ ਪ੍ਰਧਾਨ। ਕਮਿਊਨਿਸਟ ਪਾਰਟੀਆਂ ਨਾਲ ਵੀ ਕੋਈ ਨਹੀਂ, ਕਮਿਊਨਿਸਟ ਪਾਰਟੀਆਂ ਨਾਲ ਵੀ ਸਮੇਂ ਤੇ ਕਿਸ ਸਮੇਂ ਤੇ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਰਿਹਾ ਹੈ, ਬਹੁਜਨ ਸਮਾਜ ਪਾਰਟੀ ਨਾਲ ਵੀ ਰਿਹਾ ਹੈ। ਇਤਿਹਾਸ ਦੁਹਰਾਇਆ ਜਾ ਰਿਹਾ ਮੈਨੂੰ। ਨਹੀਂ, ਤੁਸੀਂ ਕਹਿ ਸਕਦੇ ਜੇ, ਪਰ ਮੈਨੂੰ ਕੋਈ ਅਧਿਕਾਰ ਨਹੀਂ ਇਹਦੇ ਉੱਤੇ ਪ੍ਰਤੀਕਿਰਿਆ ਦੇਣ ਦੀ। ਔਰ ਇਹਦੇ ਜੇਕਰ ਹੁੰਦਾ ਤਾਂ ਜੇ ਹੁੰਦਾ ਤੇ ਪਾਰਟੀ ਤਦ ਸਾਰਾ ਕੁਝ ਗਿਣਤੀ ਮਿੰਤੀ ਮਾਰ ਕੇ ਹੀ, ਜਿਹਦੇ ਨਾਲ ਪੰਜਾਬ ਦਾ ਭਲਾ ਹੋਵੇ ਤੇ ਗੱਠਜੋੜ ਨੂੰ ਮਜ਼ਬੂਤੀ ਮਿਲੇ, ਰਾਜਨੀਤਿਕ ਤੌਰ ਤੇ ਸ਼ਕਤੀ ਮਿਲੇ, ਤੇ ਉਹ ਪਾਰਟੀ ਪ੍ਰਧਾਨ ਦਾ ਤੇ ਕੋਰ ਕਮੇਟੀ ਦਾ ਅਧਿਕਾਰ ਆ, ਉਹੀ ਇਹਦੇ ਬਾਰੇ ਦੱਸ ਸਕਦਾ। ਸਨ ਪ੍ਰੋਫੈਸਰ ਬਿਰਸਾ ਸਿੰਘ ਬਲਟੋਹਾ ਜੋ ਦੱਸ ਰਹੇ ਸੀ ਕਿ ਪੰਜਾਬ ਦੀ ਭਵਿੱਖੀ ਰਣਨੀਤੀ ਅਕਾਲੀ ਦਲ ਦੀ ਕੀ ਹੋਣ ਜਾ ਰਹੀ ਹੈ। ਕੈਮਰਾਮੈਨ ਇੰਦਰਜੀਤ ਦੇ ਨਾਲ ਵਿਸ਼ਾਲ ਇੰਗਲਿਸ਼ ਨਿਊਜ਼ 24 ਮੋਹਾਲੀ।